हाँ जी स्टूडेंट्स, इस वीडियो ਦੇ ਵਿੱਚ ਮੈਂ ਜਿਹੜੇ ਕਿ ਫਾਰਮਲ ਲੈਟਰਸ 3 ਫਾਰਮਲ ਲੈਟਰਸ ਜਿਹੜੇ ਕਿ ਕਰਵਾਉਂਗੀ। ਤੇ ਸਟੂਡੈਂਟਸ ਇਸ ਤੋਂ ਪਹਿਲਾਂ ਵੀ +2 ਦਾ ਜਿਹੜੇ ਕਿ ਆਲ ਸਿਲੇਬਸ ਦੇ ਵੀਡੀਓਜ਼ ਬਣਾਈਆਂ ਹੋਈਆਂ ਨੇ, ਤੁਸੀਂ ਉਹ ਜ਼ਰੂਰ ਜਿਹੜੇ ਕਿ ਉਹਨਾਂ ਵਿੱਚ ਇੰਪੋਰਟੈਂਟ ਕੁਐਸਚਨ ਹੀ ਨੇ, ਮਤਲਬ ਕਿ ਸਿਲੈਕਟਡ ਕੁਐਸਚਨਸ ਨੇ। ਤੇ ਜੋ ਵੀ ਕੁਐਸਚਨਸ ਕਰਵਾਏ ਹੋਏ ਨੇ ਬਹੁਤ ਹੀ ਈਜ਼ੀ ਲੈਂਗੁਏਜ ਕਰਵਾਏ ਹੋਏ ਨੇ, ਜਿਨ੍ਹਾਂ ਨਾਲ ਤੁਸੀਂ ਜਿਹੜੇ ਕਿ 2 ਵਾਰ ਵੀ ਅਗਰ ਰੀਡਿੰਗ ਕਰ ਲਓ ਤਾਂ ਤੁਹਾਨੂੰ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਕਿ ਕੁਐਸਚਨਸ ਲਰਨ ਹੋ ਜਾਣਗੇ। ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਵਾਚ ਕਰਨਾ। ਉਹਨਾਂ ਦਾ ਲਿੰਕ ਆ ਜਿਹੜੇ ਕਿ 12th ਇੰਗਲਿਸ਼ ਦੀ ਪਲੇਲਿਸਟ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਜਾਊਗਾ। ਤੁਸੀਂ ਉੱਥੋਂ ਵਿਜ਼ਿਟ ਕਰਕੇ ਜਿਹੜੇ ਕਿ ਉਹ ਸਾਰੀ ਵੀਡੀਓਜ਼ ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਤੁਹਾਡੇ ਜਿਹੜੇ ਕਿ ਮਿਡ ਟਰਮ ਦਾ ਜੋ ਐਗਜ਼ਾਮ ਹੋਣੇ ਨੇ ਉੱਥੋਂ ਤੱਕ ਦਾ ਜਿਹੜਾ ਕਿ ਸਿਲੇਬਸ ਅਸੀਂ ਅਪਲੋਡ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਅਤੇ ਜੋ ਸਿਲੇਬਸ ਅਪਲੋਡ ਕੀਤਾ ਹੋਇਆ ਤੁਸੀਂ ਉਹ ਜ਼ਰੂਰ ਜਿਹੜੇ ਕਿ ਵਾਚ ਕਰੋ ਅਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਜਿਹੜੀ ਕਿ ਸ਼ੇਅਰ ਕਰੋ ਸਟੂਡੈਂਟਸ, ਕਿਉਂਕਿ ਜਿੰਨੇ ਕੈਂਡੀਡੇਟਸ ਜਿਹੜੇ ਕਿ ਵੀਡੀਓਜ਼ ਨੂੰ ਦੇਖਣਗੇ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਕਿ ਉਹਨਾਂ ਜਿਹੜੇ ਕਿ ਸਟੂਡੈਂਟਸ ਇੰਨਾ ਜਿਹੜੇ ਕਿ ਆਪਣਾ ਟਾਈਮ ਕੱਢ ਕੇ ਵੀਡੀਓਜ਼ ਵਾਚ ਕਰਦੇ ਨੇ, ਤਾਂ ਉਹਨਾਂ ਲਈ ਵੱਧ ਤੋਂ ਵੱਧ ਜਿਹੜੇ ਕਿ ਅਸੀਂ ਈਜ਼ੀ ਤੋਂ ਈਜ਼ੀ ਮਟੀਰੀਅਲ ਜਿਹੜੇ ਕਿ ਤੁਹਾਨੂੰ ਪ੍ਰੋਵਾਈਡ ਕਰਵਾਈਏ। ਹਾਂਜੀ ਸਟੂਡੈਂਟਸ, ਇਸ ਦੇ ਵਿੱਚ ਜਿਹੜੇ ਕਿ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਿ ਫਾਰਮਲ ਲੈਟਰ ਤੁਸੀਂ ਲਿਖਣਾ ਕਿਵੇਂ ਆ, ਅਤੇ ਇਹ 3 ਲੈਟਰਸ ਆ ਜਿਹੜੇ ਕਿ ਇਸ ਦੇ ਵਿੱਚ ਕਰਵਾਈਆਂ ਜਾਣਗੀਆਂ। ਹਾਂਜੀ, ਫਸਟ ਹੈ ਜਿਵੇਂ ਈਵਲ ਆਫ ਬੈਗਿੰਗ ਵਾਲੀ, ਡਿਲੇ ਇਨ ਡਿਲੀਵਰੀ ਆਫ ਮੇਲ, ਮੇਲ ਦੀ ਥਾਂ 'ਤੇ ਜਿਹੜੇ ਕਿ ਮਤਲਬ ਕਿ ਇਹ ਵੀ ਆ ਸਕਦਾ ਕਿ ਲੈਟਰਸ ਵੀ ਲਿਖਿਆ ਵਾ ਸਕਦਾ। ਨੈਕਸਟ ਹੈ ਯੂਜ਼ ਆਫ ਅਨਫੇਅਰ ਮੀਨਸ ਇਨ ਦਾ ਐਗਜ਼ਾਮੀਨੇਸ਼ਨ, ਜੋ ਐਗਜ਼ਾਮ ਦੇ ਵਿੱਚ ਜਿਹੜੇ ਕਿ ਅਨੁਚਿਤ ਸਾਧਨ ਹੈ ਜਿਹੜੇ ਕਿ ਲਾਈਕ ਕਾਪਿੰਗ ਵਗੈਰਾ, ਇਹ ਸਾਰੇ ਜਿਹੜੇ ਵੀ ਚੀਜ਼ ਯੂਜ਼ ਹੁੰਦੇ ਨੇ ਉਹਨਾਂ ਦੇ ਬਾਰੇ ਆਪਾਂ ਨੇ ਜਿਹੜੀ ਕਿ ਲੈਟਰ ਲਿਖਣੀ ਆ। ਹਾਂਜੀ, ਪਹਿਲਾਂ ਤੁਸੀਂ ਫਾਰਮੈਟ ਸਮਝੋ ਕਿ ਫਾਰਮੈਟ ਕਿਵੇਂ ਹੈ, ਅਤੇ ਤੁਹਾਨੂੰ ਮੈਂ ਨਾ ਮਤਲਬ ਕਿ ਅਪਲੋਡ ਕਰਨ ਦੀ ਜਲਦੀ ਕੋਸ਼ਿਸ਼ ਕਰਾਂਗੇ, ਜਿਸ ਦੇ ਵਿੱਚ ਤੁਹਾਡਾ ਜਿਹੜੇ ਕਿ ਇੰਗਲਿਸ਼ ਦਾ ਐਗਜ਼ਾਮ ਆ ਉਹਦੇ ਵਿੱਚ ਸਟਰਕਚਰ ਦੱਸਿਆ ਹੋਇਆ ਵੀ ਕਿਸ ਤਰੀਕੇ ਦਾ ਜਿਹੜੇ ਕਿ ਕੁਐਸਚਨਸ ਮਤਲਬ ਕਿ ਐਗਜ਼ਾਮ ਆਊਗਾ, ਅਤੇ ਉਹਦੇ ਵਿੱਚ ਹਰ ਇੱਕ ਚੀਜ਼ ਹੈ ਜਿਹੜੀ ਕਿ ਕਿੰਨੇ ਕਿੰਨੇ ਮਾਰਕਸ ਦੇ। ਜਿਵੇਂ ਕਿ ਤੁਹਾਡਾ ਜਿਹੜੇ ਲੌਂਗ ਕੁਐਸਚਨ ਸੀ ਪਹਿਲਾਂ ਉਹ 5 ਮਾਰਕਸ ਦਾ ਹੁੰਦਾ ਸੀ, ਫਿਰ 4 ਦਾ ਹੋ ਗਿਆ ਸੀ। ਹੁਣ ਜੋ ਲੌਂਗ ਕੁਐਸਚਨ ਹੈ ਐਕਸਟੈਂਸਿਵ ਅਤੇ ਇੰਟੈਂਸਿਵ ਦੋਨਾਂ ਸਟੱਡੀਜ਼ ਦੇ ਵਿੱਚ ਜਿਹੜਾ ਆਉਣਾ ਉਹ ਓਨਲੀ 3 ਮਾਰਕਸ ਦਾ ਹੀ ਰਹਿ ਗਿਆ, ਅਤੇ ਜਿਹੜੀ ਤੁਹਾਡੀ ਲੈਟਰ ਹੈ ਇਹ ਓਨਲੀ 5 ਮਾਰਕਸ ਦੀ ਹੈ। ਜੋ ਤੁਹਾਡੀ ਲੈਟਰ ਆ ਉਹ ਓਨਲੀ 5 ਮਾਰਕਸ ਦੀ ਹੈ। ਹੁਣ ਇਹ 5 ਮਾਰਕਸ ਤੁਸੀਂ ਕਿਵੇਂ ਕੈਰੀ ਕਰਨੇ ਨੇ, ਇਹਦੇ ਵਿੱਚ ਜਿਹੜੇ ਕਿ ਇਹਨਾਂ ਦਾ ਵੇ ਹੁੰਦਾ 1 ਮਾਰਕਸ ਉੱਪਰੋਂ ਹੁੰਦਾ ਅਤੇ 1 ਨੀਚੋਂ ਹੁੰਦਾ, ਅਤੇ 3 ਮਾਰਕਸ ਦੀ ਜਿਹੜੀ ਕਿ ਵਿੱਚੋਂ ਹੁੰਦੀ ਹੈ। ਇਹ ਕਿਵੇਂ ਦੇਖੋ, ਜਿਵੇਂ ਸਭ ਤੋਂ ਪਹਿਲਾਂ ਤਾਂ ਤੁਸੀਂ ਐਡਰੈਸ ਕਿਹੜਾ ਦੇਣਾ। ਜਦੋਂ ਤੁਸੀਂ ਲੈਟਰ ਫਾਰਮਲ ਲੈਟਰ ਲਿਖਣਾ ਸਟਾਰਟ ਕਰਦੇ ਹੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਲੈਟਰ ਹੈ ਜਿਹੜੇ ਕਿ ਸੈਂਡਰ ਦਾ ਜਿਹੜੇ ਕਿ ਆਪਾਂ ਨੇ ਐਡਰੈਸ ਦੇਣਾ। ਸੈਂਡਰ ਮੀਨਸ ਜਿਵੇਂ ਤੁਸੀਂ ਲੈਟਰ ਲਿਖ ਰਹੇ ਹੋ, ਸਪੋਜ਼ ਜਿਵੇਂ ਆ ਜਾਂਦਾ ਵੀ ਯੂ ਆਰ ਮੋਹਨ ਰਾਈਟ ਟੂ ਲੈਟਰ, ਠੀਕ ਹੈ, ਉੱਥੇ ਤੁਸੀਂ ਸੈਂਡਰ ਹੋ। ਜੋ ਲੈਟਰ ਲਿਖ ਰਿਹਾ ਉਹ ਕੌਣ ਹੈ, ਸੈਂਡਰ ਹੈ। ਤਾਂ ਇੱਥੇ ਆਪਣਾ ਐਡਰੈਸ, ਠੀਕ ਹੈ, ਜੋ ਵੀ ਲੈਟਰ ਲਿਖ ਰਿਹਾ ਅਗਰ ਉਹਦੇ ਵਿੱਚ ਆਪਾਂ ਨੂੰ ਐਗਜ਼ਾਮ ਦੇ ਵਿੱਚ ਆ ਜਾਂਦਾ ਜਾਂ ਆਪਾਂ ਨੂੰ ਟੈਸਟ ਦੇ ਵਿੱਚ ਆ ਜਾਂਦਾ ਜਾਂ ਮਤਲਬ ਕਿ ਆਪਾਂ ਨੂੰ ਲਿਖਿਆ ਆ ਜਾਂਦਾ ਵੀ ਤੁਹਾਡਾ ਨਾਮ ਇਹ ਆ, ਫਿਰ ਤੁਸੀਂ ਉਹੀ ਲਿਖਣਾ। ਉਹ ਤਾਂ ਤੁਸੀਂ ਇੱਥੇ ਇਸ ਐਡਰੈਸ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਉਹੀ ਐਡਰੈਸ ਲਿਖਣਾ ਸਭ ਤੋਂ ਉੱਪਰ 'ਤੇ, ਠੀਕ ਆ। ਅਗਰ ਨਹੀਂ ਦਿੱਤਾ ਹੋਇਆ ਤੁਸੀਂ ਆਪਣੇ ਕੋਲੋਂ ਐਡਰੈਸ ਜਿਹੜਾ ਮਰਜ਼ੀ ਲਿਖ ਸਕਦੇ ਹੋ, ਮਤਲਬ ਕਿ ਸੈਂਡਰ ਦਾ ਐਡਰੈਸ, ਸੈਂਡਰ ਕੌਣ ਹੁੰਦਾ, ਜੋ ਲੈਟਰ ਲਿਖ ਰਿਹਾ ਹੈ ਉਸਦਾ ਸਭ ਤੋਂ ਉੱਪਰ ਐਡਰੈਸ ਹੋਣਾ ਚਾਹੀਦਾ ਟੌਪ 'ਤੇ। ਦੈਨ ਤੁਸੀਂ ਇਹਦੇ ਸਾਈਡ ਵੀ ਦੇਖ ਲਓ, ਇਹ ਸਾਰਾ ਲੈਫਟ ਸਾਈਡ ਆ। ਦੈਨ ਉਸ ਤੋਂ ਬਾਅਦ ਤੁਸੀਂ ਅੱਗੇ ਡੇਟ ਲਿਖਣੀ ਹੈ, ਡੇਟ ਜਿਸ ਦਿਨ ਤੁਸੀਂ ਆਪਣਾ ਐਗਜ਼ਾਮ ਕਰ ਰਹੇ ਹੋ ਜਾਂ ਜੋ ਤੁਹਾਨੂੰ ਠੀਕ ਲੱਗੇ, ਠੀਕ ਆ, ਉਹ ਡੇਟ ਦੇਣੀ ਹੁੰਦੀ ਹੈ। ਦੈਨ ਉਸ ਤੋਂ ਬਾਅਦ ਅੱਗੇ ਜਿਹੜਾ ਹੁਣ ਆਪਾਂ ਇਹ ਨਿਊਜ਼ਪੇਪਰ ਨੂੰ ਦੇਣੀ ਆ, ਤਾਂ ਨਿਊਜ਼ਪੇਪਰ ਕਿਸੇ ਇੱਕ ਨਿਊਜ਼ਪੇਪਰ ਦਾ ਤੁਸੀਂ ਆਪਣਾ ਯਾਦ ਰੱਖ ਸਕਦੇ ਹੋ। ਜਿਵੇਂ ਦਾ ਐਡੀਟਰ ਤਾਂ ਲਿਖਣਾ, ਉਸ ਤੋਂ ਅੱਗੇ ਦਾ ਟ੍ਰਿਬਿਊਨ ਯਾਦ ਕਰ ਲਓ ਵੀ ਇਹ ਕਿੱਥੋਂ ਹੈ, ਠੀਕ ਪਬਲਿਸ਼ ਹੁੰਦਾ, ਇਸ ਪਬਲਿਸ਼ ਵਾਲਾ ਜ਼ਰੂਰ ਲਿਖਣਾ ਤੁਸੀਂ, ਠੀਕ ਹੈ। ਇਹ ਸਟਾਰਟਿੰਗ ਦੇ ਵਿੱਚ ਕਿਹੜਾ ਐਡਰੈਸ ਆਉਣਾ, ਜੋ ਸੈਂਡਰ ਹੈ, ਜੋ ਲੈਟਰ ਲਿਖ ਰਿਹਾ, ਫਿਰ ਡੇਟ ਆਉਣੀ ਹੈ, ਫਿਰ ਜਿਸ ਨੂੰ ਲੈਟਰ ਆਪਾਂ ਦੇ ਰਹੇ ਹਾਂ, ਠੀਕ ਹੈ, ਉਹਦਾ ਐਡਰੈਸ ਆ ਜਾਣਾ। ਦੈਨ ਉਸ ਤੋਂ ਬਾਅਦ ਸਬਜੈਕਟ ਜੋ ਵੀ ਤੁਹਾਨੂੰ ਜਿਹੜੀ ਕਿ ਪ੍ਰੋਬਲਮ ਬਾਰੇ ਲੈਟਰ ਲਿਖਣ ਲਈ ਕਿਹਾ ਜਾ ਰਿਹਾ ਤੁਸੀਂ ਉਹ ਵਾਲੀ ਪ੍ਰੋਬਲਮ ਦੱਸਣੀ ਹੈ, ਇਹਦੇ ਵੀ ਸਬਜੈਕਟ ਲਿਖਣਾ। ਦੈਨ ਉਸ ਤੋਂ ਬਾਅਦ ਸਰ ਜਾਂ ਮੈਡਮ ਜੋ ਵੀ ਤੁਸੀਂ ਲਿਖਣਾ। ਇੱਥੋਂ ਤੱਕ ਦਾ ਤੁਹਾਡਾ 1 ਮਾਰਕ ਹੈ, ਇੱਥੋਂ ਤੱਕ ਦਾ ਤੁਹਾਨੂੰ 1 ਨੰਬਰ ਮਿਲਣਾ। ਦੈਨ ਉਸ ਤੋਂ ਬਾਅਦ ਤੁਹਾਡਾ ਜਿਹੜੇ ਕਿ ਸਾਰੀ ਇਹ ਸਟਰਕਚਰ ਆ ਗਿਆ ਲੈਟਰ ਦਾ, ਜੋ ਵੀ ਤੁਸੀਂ ਇਹਦੇ ਵਿੱਚ ਲਿਖਣਾ, ਠੀਕ ਹੈ। ਦੈਨ ਉਸ ਤੋਂ ਬਾਅਦ ਐਂਡ ਦੇ ਵਿੱਚ ਤੁਸੀਂ ਕੀ ਲਿਖਣਾ, ਯੂ ਆਰ ਟਰੂਲੀ ਜਾਂ ਯੂ ਆਰ ਫੇਥਫੁਲੀ, ਠੀਕ ਹੈ, ਜੋ ਵੀ ਤੁਸੀਂ ਲਿਖਣਾ ਯੂ ਆਰ ਟਰੂਲੀ, ਯੂ ਆਰ ਫੇਥਫੁਲੀ। ਦੈਨ ਉਸ ਤੋਂ ਬਾਅਦ ਨੇਮ ਲਿਖਣਾ, ਫਿਰ ਸਿਗਨੇਚਰ, ਫਿਰ ਅੱਗੇ ਡਾਇਰੈਕਟਰ ਤੁਸੀਂ ਲਿਖਣਾ ਲਿਖ ਸਕਦੇ ਹੋ, ਅਦਰਵਾਈਜ਼ ਨੋ ਨੀਡ, ਤੁਸੀਂ ਇੰਨਾ ਜ਼ਰੂਰ ਲਿਖਣਾ ਹੈ। ਅਤੇ ਇਹ ਵੀ ਤੁਹਾਨੂੰ 1 ਮਾਰਕਸ ਦਵਾਉਂਦਾ। ਤਾਂ ਹੁਣ ਤੁਹਾਡੇ ਲੈਟਰ ਜਿਹੜੀ ਕਿ ਉਹ 5 ਮਾਰਕਸ ਦੀ ਹੈ।
12th ਕਲਾਸ ਸਟੂਡੈਂਟਸ 5 ਮਾਰਕਸ ਦੀ ਲੈਟਰ ਹੈ, ਜਿਸ ਦੇ ਵਿੱਚੋਂ 1 ਮਾਰਕ ਉੱਪਰੋਂ ਜਾਣਾ ਅਤੇ 1 ਨੀਚੋਂ, ਅਤੇ ਜੋ ਤੁਸੀਂ ਫਾਰਮੈਟ ਵਿੱਚੋਂ ਲਿਖਣਾ ਉਹ 3 ਮਾਰਕਸ ਦਾ ਹੀ ਹੈ। ਅਤੇ ਹੁਣ ਮੈਂ ਤੁਹਾਨੂੰ ਜਿਹੜੇ ਕਿ ਲੈਟਰਸ ਕਰਵਾਉਣੀ ਆ, ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਜਿਹੜੇ ਕਿ ਇਹ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਤਾਂ ਕਿ ਤੁਸੀਂ ਬਹੁਤ ਸੌਖੇ ਢੰਗ ਨਾਲ ਜਿਹੜੇ ਕਿ ਜਲਦੀ ਯਾਦ ਕਰ ਪਾਓ। ਹਾਂਜੀ, ਰਾਈਟ ਏ ਲੈਟਰ ਟੂ ਦਾ ਪੋਸਟ ਮਾਸਟਰ ਜਰਨਲ ਕੰਪਲੇਨਿੰਗ ਅਬਾਊਟ ਦਾ ਡਿਲੇ ਇਨ ਦਾ ਡਿਲੀਵਰੀ ਆਫ ਮੇਲ ਦੀ ਥਾਂ 'ਤੇ ਲੈਟਰਸ ਵੀ ਲਿਖਾ ਸਕਦਾ ਕੈਂਡੀਡੇਟ ਸਟੂਡੈਂਟਸ। ਸੈਂਡ ਟੂ ਯੂ ਬਾਏ ਦਾ ਪੋਸਟਮੈਨ, ਕਹਿੰਦਾ ਤੁਸੀਂ ਸ਼ਿਕਾਇਤ ਦੇਣੀ ਆ ਪੋਸਟ ਮਾਸਟਰ ਨੂੰ, ਠੀਕ ਹੈ, ਪੋਸਟ ਮਾਸਟਰ ਜਨਰਲ ਨੂੰ, ਕਿਉਂਕਿ ਜਿਹੜਾ ਤੁਹਾਡਾ ਡਾਕੀ ਹੈ ਉਹ ਤੁਹਾਨੂੰ ਮੇਲ ਦੇ ਕੇ ਗਿਆ ਜਾਂ ਲੈਟਰ ਦੇ ਕੇ ਗਿਆ, ਉਹ ਡਿਲੇ ਕਰਕੇ ਦੇ ਕੇ ਗਿਆ, ਠੀਕ ਹੈ, ਤਾਂ ਤੁਸੀਂ ਉਹਦੀ ਮਤਲਬ ਕਿ ਸ਼ਿਕਾਇਤ ਲਗਾਉਣੀ ਆ। ਐਂਡ ਆਸਕਿੰਗ ਹਿਮ ਟੂ ਇਨਵੈਸਟੀਗੇਟ ਦਾ ਮੈਟਰ, ਅਤੇ ਕਹਿਣਾ ਕਿ ਇਸ ਮੈਟਰ ਨੂੰ ਇਨਵੈਸਟੀਗੇਟ ਕਰੋ। ਦੈਨ ਤੁਸੀਂ ਇਹਦੇ ਵਿੱਚ ਕੋਈ ਐਡਰੈਸ ਨਹੀਂ ਦਿੱਤਾ ਹੋਇਆ, ਵੀ ਕੁਛ ਨਹੀਂ ਲਿਖਿਆ ਹੋਇਆ ਵੀ ਯੂ ਆਰ, ਕੁਛ ਨਹੀਂ ਲਿਖਿਆ ਹੋਇਆ ਹੈ ਨਾ, ਤੁਸੀਂ ਆਪਣੇ ਕੋਲ ਐਡਰੈਸ ਦੇ ਸਕਦੇ ਹੋ ਜਿਹੜਾ ਮਰਜ਼ੀ, ਜਿਵੇਂ ਮੈਂ ਇੱਥੇ ਲਿਖਿਆ ਹੋਇਆ ਗ੍ਰੀਨ ਪਾਰਕ ਮੋਹਾਲੀ, ਦੈਨ ਉਸ ਤੋਂ ਬਾਅਦ ਡੇਟ, ਠੀਕ ਹੈ, ਅਤੇ ਅੱਗੇ ਤੁਸੀਂ ਦਾ ਪੋਸਟ ਮਾਸਟਰ ਜਰਨਲ ਸਿਟੀ, ਜੋ ਤੁਸੀਂ ਜਿਵੇਂ ਮੋਹਾਲੀ, ਇੱਥੇ ਤੁਸੀਂ ਮੋਹਾਲੀ ਲਿਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਸਿਟੀ ਜਿਹਦਾ ਮਰਜ਼ੀ ਤੁਸੀਂ ਨਾਮ ਲਿਖ ਸਕਦੇ ਹੋ, ਠੀਕ ਹੈ, ਜਿਵੇਂ ਲਿਖਣਾ ਉਹੀ ਹੈ ਜੋ ਤੁਸੀਂ ਇੱਥੋਂ ਦੇ ਰਹੇ ਹੋ। ਜੋ ਤੁਸੀਂ ਇੱਥੇ ਮੋਹਾਲੀ ਲਿਖਿਆ ਨਾ, ਜਿਵੇਂ ਫਿਰ ਇੱਥੇ ਮੋਹਾਲੀ ਹੀ ਆਉਣਾ। ਅਗਰ ਇੱਥੇ ਬਠਿੰਡਾ ਲਿਖਦੇ ਫਿਰ ਇੱਥੇ ਬਠਿੰਡਾ ਆਉਣਾ, ਅਗਰ ਲੁਧਿਆਣਾ ਲਿਖਦੇ ਤਾਂ ਫਿਰ ਲੁਧਿਆਣਾ ਆਉਣਾ ਸੀ। ਦੈਨ ਉਸ ਤੋਂ ਬਾਅਦ ਸਬਜੈਕਟ, ਹੁਣ ਆਪਣਾ ਸਬਜੈਕਟ ਕੀ ਹੈ, ਡਿਲੇ ਇਨ ਡਿਲੀਵਰੀ ਆਫ ਮੇਲ, ਮਤਲਬ ਕਿ ਜਿਹੜੀ ਤੁਹਾਨੂੰ ਮੇਲ ਮਿਲੀ ਹੈ, ਡਿਲੀਵਰੀ ਕੀਤੀ ਆ ਪੋਸਟ ਮਾਸਟਰ ਨੇ, ਉਹ ਤੁਹਾਨੂੰ ਲੇਟ ਕੀਤੀ ਆ। ਸਰ, I would like to bring to your attention the carelessness of the postman of my area, ਕਹਿੰਦਾ ਵੀ ਮੈਂ ਤੁਹਾਡਾ ਜਿਹੜਾ ਕਿ ਧਿਆਨ ਲਾਪਰਵਾਹੀ ਜੋ ਸਾਡਾ ਜਿਹੜਾ ਕਿ ਡਾਕੀਆ ਵਰਤ ਰਿਹਾ ਸਾਡੇ ਏਰੀਏ ਦਾ, ਉਹਦੇ ਵੱਲ ਤੁਹਾਡਾ ਜਿਹੜਾ ਕਿ ਮੈਂ ਧਿਆਨ ਦਿਵਾਉਣਾ ਚਾਹੁੰਦਾ। ਹੁਣ ਅੱਗੇ ਤੁਸੀਂ ਜਿਵੇਂ ਮੈਂ ਲਿਖਿਆ ਮਿਸਟਰ ਰਾਮਨਾਥ, ਤੁਸੀਂ ਰਾਮ ਲਿਖਿਆ ਮੈਨੇ, ਕੁਛ ਵੀ ਤੁਸੀਂ ਆਪਣਾ ਨੇਮ ਲਿਖ ਸਕਦੇ ਹੋ, ਕਿਸੇ ਵੀ ਡਾਕੀਏ ਦੇ ਜੋ ਮਰਜ਼ੀ ਨਾਮ ਲਿਖ ਸਕਦੇ ਹੋ, ਠੀਕ ਹੈ। ਹੀ ਹੈਜ਼ ਬੀਨ ਇਰੈਗੂਲਰ ਇਨ ਦਾ ਰੀਸੈਂਟ ਪਾਸਟ, ਕਹਿੰਦਾ ਉਹ ਪਿਛਲੇ ਕੁਛ ਸਮੇਂ ਤੋਂ ਬਹੁਤ ਹੀ ਮਤਲਬ ਕਿ ਇਰੈਗੂਲਰ ਚੱਲ ਰਿਹਾ। ਇਰੈਗੂਲਰ ਕੀ ਹੁੰਦਾ, ਮਤਲਬ ਕਿ ਸਮੇਂ ਦਾ ਪਾਬੰਦ ਨਹੀਂ ਹੈਗਾ। ਇਸ ਦੀ ਥਾਂ 'ਤੇ ਤੁਸੀਂ ਇਹ ਲਾਈਨਸ ਵੀ ਲਿਖ ਸਕਦੇ ਹੋ, ਦਾ ਪੋਸਟਮੈਨ ਆਫ ਆਵਰ ਏਰੀਆ, ਠੀਕ ਹੈ, ਇਜ਼ ਵੈਰੀ ਇਰੈਗੂਲਰ ਐਂਡ ਨੋਟ ਪੰਕਚੁਅਲ ਐਟ ਆਲ, ਮਤਲਬ ਕਿ ਨਾ ਹੀ ਉਹ ਪੰਕਚੁਅਲ ਹੈ ਅਤੇ ਨਾ ਹੀ ਉਹ ਜਿਹੜੇ ਕਿ ਰੈਗੂਲਰ ਆਪਣੀ ਡਿਊਟੀ ਕਰਦਾ। ਜਿਵੇਂ ਜਾਂ ਇਸ ਦੀ ਥਾਂ 'ਤੇ ਬੋਲੇ ਰਿਹਾ ਸਟੂਡੈਂਟਸ, ਮੈਂ ਇਸ ਦੀ ਥਾਂ 'ਤੇ ਤੁਸੀਂ ਜੋ ਮੈਂ ਲਾਈਨ ਬੋਲੀ ਹੋ ਤੁਸੀਂ ਉਹਨੂੰ ਵੀ ਜਿਹੜੇ ਕਿ ਲਿਖ ਸਕਦੇ ਹੋ, ਜਾਂ ਇਹੀ ਤੁਹਾਨੂੰ ਸੌਖੀ ਲੱਗ ਰਹੀ ਫਿਰ ਤੁਸੀਂ ਇਹ ਵੀ ਲਿਖ ਸਕਦੇ ਹੋ। ਹੀ ਸਕਿਪਸ 2 to 3 days in the a week, ਮਤਲਬ ਕਿ ਇੱਕ ਹਫ਼ਤੇ ਦੇ ਵਿੱਚ ਉਹ ਸਕਿਪ ਕਰ ਦਿੰਦਾ ਆਉਣਾ 2 ਜਾਂ 3 ਦਿਨ, ਠੀਕ ਆ, ਮਤਲਬ ਕਿ ਇੱਕ ਹਫ਼ਤੇ ਵਿੱਚ 2-3 ਦਿਨ ਤਾਂ ਉਹ ਆਉਂਦਾ ਹੀ ਨਹੀਂ। ਸਮਟਾਈਮਜ਼ ਹੀ ਡਿਲੀਵਰ ਦਾ ਲੈਟਰਸ ਈਦਰ ਟੂ ਰੋਂਗ ਪਰਸਨਸ ਔਰ ਟੂ ਦਾ ਚਿਲਡਰਨ ਪਲੇਇੰਗ ਇਨ ਦਾ ਸਟਰੀਟ, ਕਹਿੰਦਾ ਕਈ ਵਾਰ ਕੀ ਕਰਦਾ, ਜਦੋਂ ਉਹ ਮਤਲਬ ਕਿ ਪਹਿਲਾਂ ਤਾਂ ਇੱਕ ਹਫ਼ਤੇ ਵਿੱਚ 2-3 ਦਿਨ ਤਾਂ ਆਉਂਦਾ ਹੀ ਨਹੀਂ, ਤਾਂ ਜਿਹੜੇ ਦਿਨਾਂ ਦੇ ਵਿੱਚ ਡਾਕੀਆ ਜਿਹੜੇ ਕਿ ਆਉਂਦਾ ਉਹ ਕੀ ਕਰਦਾ, ਜਿਹੜੇ ਕਿ ਇੰਪੋਰਟੈਂਟ ਲੈਟਰਸ ਹੁੰਦੇ ਨੇ ਉਹ ਕਿਸੇ ਵੀ ਦੂਜੇ ਬੰਦੇ ਨੂੰ ਫੜਾ ਦਿੰਦਾ, ਕਿਸੇ ਦੀ ਲੈਟਰ ਹੁੰਦੇ ਕਿਸੇ ਨੂੰ ਫੜਾ ਦਿੰਦਾ। ਦੈਨ ਜਾਂ ਕਿ ਕਈ ਵਾਰ ਕੀ ਕਰਦਾ, ਜੋ ਬੱਚੇ ਗਲੀ ਦੇ ਵਿੱਚ ਖੇਡ ਰਹੇ ਹੁੰਦੇ ਨੇ ਉਹਨਾਂ ਦੇ ਹੱਥਾਂ 'ਚ ਉਹ ਫੜਾ ਜਾਂਦਾ, ਠੀਕ ਹੈ। ਇਹ ਵਾਲੀ ਲਾਈਨ ਇਹ ਹੈ ਪਰਸਨਸ, ਇਹਨੂੰ ਮਾੜਾ ਜਿਹਾ ਦੇਖ ਕੇ ਲਿਖ ਲੈਣਾ, ਇੱਥੇ ਲਿਖ ਦਿੰਦੀ ਮੈਂ ਦੁਬਾਰਾ, ਪਰਸਨਸ। ਹੀਜ਼ ਬਿਹੇਵੀਅਰ ਇਜ਼ ਵੈਰੀ ਰੂਡ, ਅਤੇ ਉਹਦਾ ਬਿਹੇਵੀਅਰ ਆ ਉਹ ਬਹੁਤ ਜ਼ਿਆਦਾ ਰੂਡ ਹੈ। ਓਨਲੀ ਲਾਸਟ ਵੀਕ, ਕਹਿੰਦਾ ਪਿਛਲੇ ਹਫ਼ਤੇ ਹੀ, ਆਈ ਵਾਜ਼ ਟੂ ਰਿਸੀਵ ਐਨ ਇੰਟਰਵਿਊ ਲੈਟਰ ਫੋਰ ਏ ਜੋਬ, ਕਹਿੰਦਾ ਮੇਰਾ ਇੰਟਰਵਿਊ ਲੈਟਰ ਹੈ ਜਿਹੜਾ ਕਿ ਮੈਨੇ ਉਹ ਰਿਸੀਵ ਕੀਤਾ। ਇਟ ਵਾਜ਼ ਟੂ ਬੀ ਡਿਲੀਵਰਡ ਬਾਏ ਲਾਸਟ ਫਰਾਈਡੇ, ਕਹਿੰਦਾ ਉਹਨੇ ਮੈਨੂੰ ਕਿਹੜੇ ਮਤਲਬ ਕਿ ਲਾਸਟ ਪਿਛਲੇ ਸ਼ੁੱਕਰਵਾਰ ਨੂੰ ਫੜਾਇਆ, ਫਰਾਈਡੇ ਨੂੰ ਫੜਾਇਆ। ਬਟ ਹੀ ਡਿਲੀਵਰਡ ਇਟ ਟੂ ਮੀ ਦਿਸ ਵੈਡਨਸਡੇ, ਕਹਿੰਦਾ ਜਿਹੜਾ ਮਤਲਬ ਕਿ ਮੈਨੂੰ ਇੰਟਰਵਿਊ ਦੀ ਜਿਹੜੀ ਲੈਟਰ ਆਉਣੀ ਸੀ ਉਹ ਮੈਨੂੰ ਮਿਲਣੀ ਚਾਹੀਦੀ ਸੀ ਫਰਾਈਡੇ ਨੂੰ, ਬਟ ਉਹਨੇ ਮੈਨੂੰ ਇਸ ਹਫ਼ਤੇ ਫੜਾਈ ਹੈ, ਜਦ ਕਿ ਜਿਹੜਾ ਪਿਛਲਾ ਵੀਕ ਸੀ ਉਸ ਦੇ ਫਰਾਈਡੇ ਨੂੰ ਮਿਲਣੀ ਚਾਹੀਦੀ ਸੀ, ਬਟ ਡਾਕੀਏ ਨੇ ਕੀ ਕਰਿਆ, ਦਿਸ ਵੀਕ ਮਤਲਬ ਕਿ ਦਿਸ ਵੈਡਨਸਡੇ, ਇਸ ਬੁੱਧਵਾਰ ਨੂੰ ਫੜਾਈ ਹੈ, ਜਦ ਕਿ ਉਹ ਲੈਟਰ ਹੈ ਜਿਹੜੇ ਕਿ ਪਿਛਲੇ ਸ਼ੁੱਕਰਵਾਰ ਨੂੰ ਮਿਲਣੀ ਚਾਹੀਦੀ ਸੀ। ਹੁਣ ਇੰਨੇ ਦਿਨ ਜਿਹੜੀ ਕਿ ਡੇਟ ਦਿੱਤੀ ਆ। ਬਿਕੋਜ਼ ਆਫ ਹਿਜ਼ ਕੇਅਰਲੈਸਨੈਸ, ਕਹਿੰਦਾ ਇਸ ਦੀ ਲਾਪਰਵਾਹੀ ਕਰਕੇ, ਆਈ ਕੁਡੰਟ ਅਟੈਂਡ ਦਾ ਇੰਟਰਵਿਊ, ਕਹਿੰਦਾ ਮੈਂ ਇੰਟਰਵਿਊ ਨਹੀਂ ਦੇ ਸਕਿਆ। ਮੈਨੀ ਅਦਰ ਪੀਪਲ ਹੈਵ ਆਲਸੋ ਸਫਰਡ ਬਿਕੋਜ਼ ਆਫ ਰਾਮ ਸਿੰਘ, ਕਹਿੰਦਾ ਹੋਰ ਬਹੁਤ ਸਾਰੇ ਜਿਹੜੇ ਕਿ ਸਾਡੇ ਏਰੀਏ ਦੇ ਲੋਕ ਨੇ ਉਹ ਵੀ ਬਹੁਤ ਜਿਹੜੇ ਕਿ ਸਫਰ ਕਰ ਰਹੇ ਨੇ ਇਸ ਡਾਕੀਏ ਕਰਕੇ। ਇੱਥੇ ਪੋਸਟਮੈਨ ਵੀ ਤੁਸੀਂ ਲਿਖ ਸਕਦੇ ਹੋ, ਬਿਕੋਜ਼ ਆਫ ਪੋਸਟਮੈਨ, ਜਾਂ ਰਾਮ ਸਿੰਘ, ਮੈਨੇ ਨਾਮ ਹੀ ਲਿਖਤਾ, ਠੀਕ ਹੈ।
ਦੈਨ ਫਿਰ ਤੁਸੀਂ ਐਂਡ ਦੇ ਵਿੱਚ ਅਗਰ ਤੁਸੀਂ ਇਹਨੂੰ ਹੋਰ ਵਧਾਉਣਾ ਤਾਂ ਹੋਰ ਵੀ ਵਧਾ ਸਕਦੇ ਹੋ, ਬਟ ਇੰਨੀ ਕੁ ਇਨਫ ਹੈ ਕਿਉਂਕਿ ਇਹ 3 ਮਾਰਕਸ ਦੀ ਹੈ, ਵਿੱਚੋਂ 3 ਮਾਰਕਸ ਦੀ ਹੈ, ਟੋਟਲ ਇਹ 5 ਮਾਰਕਸ ਦੀ ਹੈ। ਨੈਕਸਟ, ਕਾਈਂਡਲੀ ਲੁੱਕ ਇਨਟੂ ਦਾ ਮੈਟਰ, ਕਿਰਪਾ ਕਰਕੇ ਇਸ ਮੈਟਰ ਵੱਲ ਧਿਆਨ ਦਿਓ, ਐਂਡ ਡੂ ਨੀਡਫੁਲ ਐਕਸ਼ਨ, ਤੇ ਜ਼ਰੂਰਤਮੰਦ ਜੋ ਵੀ ਤੁਹਾਡੇ ਵੱਲੋਂ ਐਕਸ਼ਨ ਬਣਦਾ ਉਹ ਜ਼ਰੂਰ ਕਰੋ। ਥੈਂਕਿੰਗ ਯੂ, ਠੀਕ ਹੈ। ਅੱਗੇ ਯੂਅਰਸ ਫੇਥਫੁਲੀ ਜਾਂ ਯੂਅਰ ਟਰੂਲੀ ਲਿਖ ਸਕਦੇ ਹੋ। ਦੈਨ ਤੁਸੀਂ ਨੇਮ ਲਿਖ ਸਕਦੇ ਹੋ, ਜਿਵੇਂ ਮੈਂ ਤਾਂ ਇੱਥੇ ABC ਲਿਖਿਆ, ਤੁਸੀਂ ਨੇਮ ਲਿਖ ਸਕਦੇ ਹੋ, ਓਕੇ। ਦੈਨ ਸਿਗਨੇਚਰ, ਤਾਂ ਇਹ ਕੰਪਲੀਟ। ਨੈਕਸਟ ਕਰਦੇ ਹਾਂ। ਹਾਂਜੀ, ਨੈਕਸਟ ਹੈ ਯੂਜ਼ ਆਫ ਅਨਫੇਅਰ ਮੀਨਸ ਇਨ ਦਾ ਐਗਜ਼ਾਮੀਨੇਸ਼ਨ। ਹਾਂਜੀ, ਇਹਦੇ ਵਿੱਚ ਇਮੇਜ ਯੂ ਆਰ ਹਰਮਨ, ਇਹਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਹਰਮਨ ਹੋ। ਦੈਨ ਤੁਸੀਂ ਐਂਡ ਦੇ ਵਿੱਚ ਜੋ ਲਿਖਣਾ ਯੂ ਆਰ ਟਰੂਲੀ ਤੋਂ ਬਾਅਦ ਤੁਸੀਂ ਹਰਮਨ ਜ਼ਰੂਰ ਲਿਖਣਾ। ਯੂ ਲਿਵ ਐਟ, ਠੀਕ ਹੈ, ਇੱਥੇ ਰਹਿ ਰਹੇ ਹੋ ਗ੍ਰੀਨ ਪਾਰਕ ਮੋਹਾਲੀ, ਇਹਦੇ ਵਿੱਚ ਐਡਰੈਸ ਵੀ ਦਿੱਤਾ ਹੋਇਆ, ਫਿਰ ਤੁਸੀਂ ਇਹੀ ਐਡਰੈਸ ਲਿਖਣਾ ਉੱਪਰ। ਰਾਈਟ ਏ ਲੈਟਰ ਟੂ ਦਾ ਐਡੀਟਰ ਆਫ ਏ ਨਿਊਜ਼ਪੇਪਰ ਐਕਸਪ੍ਰੈਸਿੰਗ ਯੂਅਰ ਵਿਊਜ਼ ਔਨ ਦਾ ਗਰੋਇੰਗ ਯੂਜ਼ ਆਫ ਅਨਫੇਅਰ ਮੀਨਸ ਇਨ ਦਾ ਐਗਜ਼ਾਮੀਨੇਸ਼ਨ ਦੀਜ਼ ਡੇਜ਼। ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਿ ਲਗਾਤਾਰ ਜੋ ਅਨਫੇਅਰ ਮਤਲਬ ਕਿ ਇਹ ਹੋ ਗਏ ਅਨੁਚਿਤ ਸਾਧਨ ਜੋ ਪ੍ਰੀਖਿਆ ਦੇ ਵਿੱਚ ਯੂਜ਼ ਹੋ ਰਹੇ ਨੇ, ਉਹਨਾਂ ਪ੍ਰਤੀ ਜੋ ਵੀ ਤੁਹਾਡੇ ਵਿਊਜ਼ ਨੇ ਉਹਨਾਂ ਨੂੰ ਤੁਸੀਂ ਮਤਲਬ ਕਿ ਨਿਊਜ਼ਪੇਪਰ ਦੇ ਵਿੱਚ ਦੱਸਣਾ, ਐਡੀਟਰ ਨੂੰ ਲਿਖਣੇ ਨੇ। ਹੁਣ ਤੁਸੀਂ ਇੱਥੇ ਐਡਰੈਸ ਕਿਹੜਾ ਦੱਸਣਾ, ਮੈਂ ਤੁਹਾਨੂੰ ਦੱਸਿਆ ਸੀ ਕਿ ਸੈਂਡਰ ਵਾਲਾ ਐਡਰੈਸ। ਹੁਣ ਇੱਥੇ ਐਡਰੈਸ ਦਿੱਤਾ ਹੋਇਆ, ਦੈਨ ਤੁਸੀਂ ਫਿਰ ਇਹੀ ਹੀ ਐਡਰੈਸ ਲਿਖਣਾ, ਆਹ ਵਾਲਾ ਸਾਰਾ। ਦੈਨ ਉਸ ਤੋਂ ਬਾਅਦ ਦਾ ਐਡੀਟਰ ਦਾ ਟ੍ਰਿਬਿਊਨ ਚੰਡੀਗੜ੍ਹ। ਸਬਜੈਕਟ ਕੀ ਸੀ ਆਪਣਾ, ਇਹਦੇ ਵਿੱਚੋਂ ਨਿਕਲ ਜਾਂਦਾ ਹੁੰਦਾ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਸ ਬਾਰੇ ਲੈਟਰ ਲਿਖਣੇ, ਫਿਰ ਤੁਸੀਂ ਉਹ ਦੱਸਣਾ। ਸਬਜੈਕਟ ਦੇ ਵਿੱਚ ਯੂਜ਼ ਆਫ ਅਨਫੇਅਰ ਮੀਨਸ ਇਨ ਦਾ ਐਗਜ਼ਾਮੀਨੇਸ਼ਨ। ਦੈਨ ਸਰ, ਨੈਕਸਟ ਅੱਗੇ ਆਈ ਵਾਂਟ ਟੂ ਸ਼ੇਅਰ ਮਾਈ ਆਈਡੀਆਜ਼, ਵਿਊਜ਼ ਵੀ ਲਿਖ ਸਕਦੇ ਹੋ, ਆਈਡੀਆਜ਼ ਥਾਂ 'ਤੇ ਤੁਸੀਂ ਵਿਊਜ਼ ਵੀ ਲਿਖ ਸਕਦੇ ਹੋ, ਡਿਪੈਂਡ ਔਨ ਯੂ, ਤੁਸੀਂ ਜੋ ਵੀ ਚੀਜ਼ ਲਿਖਣੀ ਆ। ਅਬਾਊਟ ਯੂਜ਼ ਆਫ ਅਨਫੇਅਰ ਮੀਨਸ ਦਾ ਐਗਜ਼ਾਮੀਨੇਸ਼ਨ ਦੀਜ਼ ਡੇਜ਼। ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਐਗਜ਼ਾਮ ਦੇ ਵਿੱਚ ਅਨੁਚਿਤ ਸਾਧਨ ਹੈ ਜਿਹੜੇ ਕਿ ਵਰਤੇ ਜਾ ਰਹੇ ਨੇ, ਉਹਨਾਂ ਪ੍ਰਤੀ ਮੈਂ ਆਪਣੇ ਜਿਹੜੇ ਕਿ ਵਿਊਜ਼ ਦੱਸਣਾ ਚਾਹੁੰਦਾ। ਦਾ ਪ੍ਰੋਬਲਮ ਆਫ ਕਾਪਿੰਗ ਹੈਜ਼ ਬਿਕਮ ਕਾਮਨ। ਕਹਿੰਦਾ ਜਿਹੜੀ ਅੱਜ ਕੱਲ੍ਹ ਚੀਟਿੰਗ ਹੈ, ਕਾਪਿੰਗ ਤੁਹਾਨੂੰ ਤੁਸੀਂ ਚੀਟਿੰਗ ਵੀ ਲਿਖ ਸਕਦੇ ਹੋ ਐਗਜ਼ਾਮ ਦੇ ਵਿੱਚ ਜੋ ਹੁੰਦੀ ਹੈ, ਉਹ ਕਹਿੰਦਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਾਮਨ ਹੀ ਹੋ ਗਈ, ਆਮ ਹੋ ਗਈ। ਡੈਟ ਸਟੂਡੈਂਟਸ ਫਾਈਂਡ ਐਨ ਈਜ਼ੀ ਵੇ ਟੂ ਸਕਸੈਸ। ਕਹਿੰਦਾ ਸਟੂਡੈਂਟਸ ਕੀ ਸਮਝਦੇ ਨੇ ਵੀ ਕਿਸੇ ਤੋਂ ਕਾਪੀ ਕਰਕੇ ਕਰਨਾ ਜਾਂ ਚੀਟਿੰਗ ਕਰਕੇ ਕਰਨਾ, ਮਤਲਬ ਕਿ ਉਹ ਸਮਝਦੇ ਨੇ ਕਿ ਇਹ ਜਿਹੜੇ ਕਿ ਸਫਲਤਾ ਦੇ ਲਈ ਸੌਖਾ ਸਾਧਨ ਹੈ। ਈਵਨ ਸਮ ਪੇਰੈਂਟਸ ਐਂਡ ਟੀਚਰਸ ਆਰ ਫਾਊਂਡ ਇਨਵੋਲਵਡ ਇਨ ਦਿਸ ਡਰਟੀ ਐਕਟ। ਕਹਿੰਦਾ ਇੱਥੋਂ ਤੱਕ ਕਿ ਕਹਿੰਦਾ ਕੁਛ ਪੇਰੈਂਟਸ ਅਤੇ ਕੁਛ ਟੀਚਰਸ ਵੀ ਅੱਜ ਕੱਲ੍ਹ ਜਿਹੜੇ ਕਿ ਇਸ ਦੇ ਵਿੱਚ ਇਸ ਡਰਟੀ ਜਿਹੜੀ ਗੇਮ ਹੈ, ਇਹ ਡਰਟੀ ਜਿਹੜਾ ਐਕਸ਼ਨ ਹੈ ਉਸ ਦੇ ਵਿੱਚ ਸ਼ਾਮਲ ਨੇ। ਮੈਨੀ ਸੈਂਟਰਸ ਮਿਸਲੀਡ, ਇਹ ਹੈ ਮਿਸਲੀਡ ਦਾ ਸਟੂਡੈਂਟਸ ਟੂ ਅਰਨ ਮਨੀ। ਕਹਿੰਦਾ ਬਹੁਤ ਸਾਰੇ ਸੈਂਟਰਸ ਇਹੋ ਜਿਹੇ ਨੇ ਜਿਹੜੇ ਕਿ ਸਟੂਡੈਂਟਸ ਨੂੰ ਮਿਸਲੀਡ ਕਰਦੇ ਨੇ ਆਪਣਾ ਪੈਸਾ ਕਮਾਉਣ ਦੇ ਲਈ। ਸਮ ਇਨਵਿਜੀਲੇਟਰਸ ਆਰ ਫਾਊਂਡ ਹੈਲਪਿੰਗ ਦਾ ਐਗਜ਼ਾਮੀਨਰਸ। ਕਹਿੰਦਾ ਕੁਛ ਇਨਵਿਜੀਲੇਟਰ ਹੁੰਦੇ ਨੇ ਜਿਹੜੇ ਕਿ ਜੋ ਆਪਾਂ ਐਗਜ਼ਾਮ ਦੇ ਰਹੇ ਹੁੰਦੇ ਉੱਥੇ ਜੋ ਮਤਲਬ ਕਿ ਡਿਊਟੀ ਕਰ ਰਹੇ ਹੁੰਦੇ ਨੇ, ਉਹ ਵੀ ਕਹਿੰਦਾ ਅੱਜ ਕੱਲ੍ਹ ਕੀ ਪਾਏ ਜਾਂਦੇ ਨੇ, ਉਹ ਵੀ ਸਟੂਡੈਂਟਸ ਦੀ ਹੈਲਪ ਕਰ ਰਹੇ ਹੁੰਦੇ ਨੇ। ਐਗਜ਼ਾਮੀਨਰਸ ਦੀ ਤੁਸੀਂ ਥਾਂ 'ਤੇ ਜਿਹੜੇ ਕਿ ਸਟੂਡੈਂਟਸ ਵੀ ਲਿਖ ਸਕਦੇ ਹੋ, ਕੈਂਡੀਡੇਟਸ ਵੀ ਲਿਖ ਸਕਦੇ ਹੋ। ਇਨ ਦਾ ਯੂਜ਼ ਆਫ ਅਨਫੇਅਰ ਮੀਨਸ ਦਾ ਈਵਲ ਹੈਜ਼ ਬਿਕਮ ਡੀਪ ਰੂਟਡ। ਕਹਿੰਦਾ ਅੱਜ ਕੱਲ੍ਹ ਜਿਹੜੇ ਕਿ ਇਹ ਐਗਜ਼ਾਮ ਦੇ ਵਿੱਚ ਅਨਫੇਅਰ ਜਿਹੜੇ ਕਿ ਮੀਨਸ ਯੂਜ਼ ਕਰਨਾ, ਇਹ ਬੁਰਾਈ ਹੈ ਜਿਹੜੇ ਕਿ ਬਹੁਤ ਹੀ ਡੂੰਘੀਆਂ ਆਪਣੀਆਂ ਜੜ੍ਹਾਂ ਫੜ ਗਈ ਹੈ। ਇਨਫੈਕਟ ਦਾ ਮੀਨਿੰਗ ਆਫ ਐਗਜ਼ਾਮ ਹੈਵ ਲੋਸਟ ਦੇਅਰ ਮੀਨਿੰਗ। ਕਹਿੰਦਾ ਅਸਲ ਦੇ ਵਿੱਚ ਜਿਹੜੇ ਕਿ ਜੋ ਐਗਜ਼ਾਮ ਦੀ ਆਪਾਂ ਡੈਫੀਨੇਸ਼ਨ ਕਹਿੰਦੇ ਹਾਂ, ਜੋ ਐਗਜ਼ਾਮ ਦੀ ਆਪਾਂ ਕਹਿੰਦੇ ਹਾਂ ਵੀ ਮੀਨਿੰਗ ਕੀ ਆ, ਉਹ ਕਹਿੰਦਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਗਾਇਬ ਹੋ ਗਿਆ। ਇਟ ਇਜ਼ ਅ ਬਿਗ ਪ੍ਰੋਬਲਮ, ਇਹ ਬਹੁਤ ਵੱਡੀ ਇੱਕ ਸਮੱਸਿਆ। ਇਟ ਗਰੋਇੰਗ ਡੇ ਬਾਏ ਡੇ ਨੂੰ ਤੁਸੀਂ ਐਵਰੀ ਡੇ ਵੀ ਲਿਖ ਸਕਦੇ ਹੋ। ਕਹਿੰਦਾ ਇਹ ਜਿਹੜੀ ਪ੍ਰੋਬਲਮ ਹੈ ਇਹ ਦਿਨ ਬਾਏ ਦਿਨ ਵੱਧਦੀ ਜਾ ਰਹੀ ਹੈ ਜਾਂ ਡੇਲੀ ਵੱਧਦੀ ਜਾ ਰਹੀ ਹੈ। ਦਿਸ ਪ੍ਰੋਬਲਮ ਨੀਡਸ ਅਰਜੈਂਟ ਸੋਲਿਊਸ਼ਨ। ਕਹਿੰਦਾ ਇਹ ਲਾਈਨਾਂ ਤੁਸੀਂ ਹਰ ਇੱਕ 'ਚ ਲਿਖ ਸਕਦੇ ਹੋ, ਜਿਹੜੇ ਤੁਸੀਂ ਐਡੀਟਰ ਨੂੰ ਦੇਖਣੀਆਂ ਨਾ ਪ੍ਰੋਬਲਮ ਵਾਲੀਆਂ ਜਿੰਨੀਆਂ ਵੀ ਨੇ। ਕਹਿੰਦਾ ਇਹ ਜਿਹੜੀ ਕਿ ਸਮੱਸਿਆ ਅਰਜੈਂਟ ਸੋਲਿਊਸ਼ਨ ਭਾਲਦੀ ਆ, ਜਲਦੀ ਤੋਂ ਜਲਦੀ ਸੋਲਿਊਸ਼ਨ ਭਾਲਦੀ ਆ। ਕਾਈਂਡਲੀ ਪਬਲਿਸ਼ ਮਾਈ ਆਈਡੀਆਜ਼ ਇਨ ਯੂਅਰ ਨਿਊਜ਼ਪੇਪਰ। ਕਿਰਪਾ ਕਰਕੇ ਮੇਰੇ ਜੋ ਵਿਊਜ਼ ਨੇ ਇਹ ਤੁਸੀਂ ਆਪਣੇ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਕਰੋ। ਥੈਂਕਸ। ਅੱਗੇ ਯੂ ਆਰ ਫੇਥਫੁਲੀ, ਇੱਥੇ ਤੁਸੀਂ ਹਰਮਨ ਲਿਖਣਾ ਕਿਉਂਕਿ ਉੱਥੇ ਲਿਖਿਆ ਹੋਇਆ ਸੀ ਵੀ ਯੂ ਆਰ ਹਰਮਨ। ਮੈਂ ਵੈਸੇ ਲਿਖਿਆ ਵੀ ABC, ਅਗਰ ਕੋਈ ਨਾਮ ਨਹੀਂ ਦਿੱਤਾ ਹੋਇਆ ਫਿਰ ਤੁਸੀਂ ABC ਲਿਖ ਸਕਦੇ ਹੋ ਜਾਂ ਨੇਮ ਲਿਖ ਸਕਦੇ ਹੋ। ਆਈ ਹੋਪ ਤੁਹਾਨੂੰ ਜਿਹੜੀ ਕਿ ਸਮਝ ਲੱਗ ਗਈ ਹੋਣੀ। ਅਤੇ ਸਟੂਡੈਂਟਸ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਜ਼ਰੂਰ ਕਰੋ। ਹਾਂਜੀ, ਨੈਕਸਟ ਕਰਦੇ ਆਪਾਂ, ਕਿਉਂਕਿ ਬਹੁਤ ਹੀ ਈਜ਼ੀ ਲੈਂਗੁਏਜ 'ਚ ਕਰਵਾਈਆਂ ਹੋਈਆਂ ਨੇ।
आई मीन टू से वर्डिंग ਜਿਹੜੀ ਕਿ ਬਹੁਤ ਈਜ਼ੀ ਯੂਜ਼ ਕੀਤੀ ਗਈ ਆ। ਅੱਗੇ ਰਾਈਟ ਅ ਲੈਟਰ ਟੂ ਦਾ ਐਡੀਟਰ ਆਫ ਏ ਨਿਊਜ਼ਪੇਪਰ ਔਨ ਈਵਲ ਆਫ ਸਟਰੀਟ ਬੈਗਿੰਗ। ਕਹਿੰਦਾ ਅੱਜ ਕੱਲ੍ਹ ਜਿਹੜੇ ਕਿ ਸਟਰੀਟ ਬੈਗਿੰਗ ਹੋ ਗਏ, ਭਿਖਾਰੀ ਵਾਲੇ, ਕਹਿੰਦਾ ਜੋ ਭਿਖਾਰੀਆਂ ਵਾਲੀ ਈਵਲ ਹੈ, ਬੁਰਾਈ ਆ, ਇਸ ਦੇ ਬਾਰੇ ਜਿਹੜੇ ਕਿ ਨਿਊਜ਼ਪੇਪਰ ਦੇ ਐਡੀਟਰ ਨੂੰ ਤੁਸੀਂ ਲੈਟਰ ਲਿਖਣੇ। ਹੁਣ ਇੱਥੇ ਕੁਛ ਨਹੀਂ ਲਿਖਿਆ ਹੋਇਆ ਵੀ ਯੂ ਆਰ ਏ ਤੁਹਾਡਾ ਐਡਰੈਸ, ਤੁਸੀਂ ਕੁਛ ਨਹੀਂ ਲਿਖਿਆ ਹੋਇਆ ਇੱਥੇ, ਤੁਸੀਂ ਆਪਣੇ ਕੋਲੋਂ ਐਡਰੈਸ ਲਿਖਣਾ, ਠੀਕ ਹੈ। ਜਿਵੇਂ ਮੈਂ ਲਿਖਿਆ ਹੋਇਆ ਮਾਡਲ ਟਾਊਨ ਬਠਿੰਡਾ, ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ। ਅੱਗੇ ਡੇਟ ਜ਼ਰੂਰ ਲਿਖਣੀ ਹੈ। ਇਹ ਹੋ ਗਿਆ ਸਾਰਾ ਸੈਂਡਰ ਦਾ ਐਡਰੈਸ, ਜੋ ਲਿਖ ਰਿਹਾ ਲੈਟਰ। ਫਿਰ ਜਿਸ ਨੂੰ ਲਿਖ ਰਿਹਾ ਆਹ ਵਾਲਾ ਆ ਗਿਆ ਦਾ ਐਡੀਟਰ, ਦਾ ਟ੍ਰਿਬਿਊਨ ਚੰਡੀਗੜ੍ਹ। ਦੈਨ ਉਸ ਤੋਂ ਬਾਅਦ ਸਬਜੈਕਟ, ਸਬਜੈਕਟ ਕੀ ਹੈ, ਈਵਲ ਆਫ ਬੈਗਿੰਗ, ਠੀਕ ਹੈ। ਨੈਕਸਟ ਸਰ, ਆਈ ਵੁੱਡ ਬੀ ਗ੍ਰੇਟਫੁਲ ਇਫ ਯੂ ਪਬਲਿਸ਼, ਇਹ ਸਟੂਡੈਂਟਸ ਪਬਲਿਸ਼ ਹੈ, ਪਬਲਿਸ਼ ਮਾਈ ਵਿਊਜ਼ ਦਾ ਨਹੀਂ ਹੈ, ਪਬਲਿਸ਼ ਮਾਈ ਵਿਊਜ਼ ਇਨ ਯੂਅਰ ਨਿਊਜ਼ਪੇਪਰ। ਕਹਿੰਦਾ ਮੈਂ ਬਹੁਤ ਹੀ ਤੁਹਾਡਾ ਧੰਨਵਾਦ ਕਰਾਂਗਾ, ਤੁਹਾਡਾ ਗ੍ਰੇਟਫੁਲ ਹੋਵਾਂਗੇ ਜੇ ਤੁਸੀਂ ਮੇਰੇ ਵਿਊਜ਼ ਆ ਤੁਹਾਡੇ ਨਿਊਜ਼ਪੇਪਰ ਦੇ ਵਿੱਚ ਤੁਸੀਂ ਪਬਲਿਸ਼ ਕਰੋਗੇ। ਬੈਗਿੰਗ ਇਜ਼ ਅ ਬਿਗ ਪ੍ਰੋਬਲਮ। ਕਹਿੰਦਾ ਭਿਖਾਰੀਪਣਾ ਜਿਹੜੇ ਕਿ ਬਹੁਤ ਵੱਡੀ ਸਮੱਸਿਆ, ਤੁਸੀਂ ਆਪਣੇ ਕੋਲੋਂ ਵਿਊਜ਼ ਲਿਖ ਸਕਦੇ ਹੋ ਇਸ ਦੇ ਵਿੱਚ, ਠੀਕ ਹੈ। ਇਟ ਇਨਕਰੀਜ਼ ਡੇ ਬਾਈ ਡੇ, ਕਹਿੰਦਾ ਇਹ ਦਿਨੋਂ ਦਿਨ ਵੱਧਦੀ ਚੱਲ ਜਾ। ਦਿਸ ਹੈਜ਼ ਬਿਕਮ ਐਨ ਈਜ਼ੀ ਜੋਬ ਫॉर ਮੈਨੀ ਪੀਪਲ। ਕਹਿੰਦਾ ਬਹੁਤ ਸਾਰੇ ਲੋਕਾਂ ਲਈ ਇਹ ਬਹੁਤ ਹੀ ਸੌਖੀ ਜਿਹੜੀ ਕਿ ਜੋਬ ਹੋ ਰਹੀ ਹੈ। ਇਟ ਇਜ਼ ਅ ਗ੍ਰੇਟ nuisance to have beggars around you at the bus stops, railway stations, market and religious place। ਕਹਿੰਦਾ ਇਹ ਤੁਹਾਡੇ ਲਈ ਵੀ ਬਹੁਤ ਇੱਕ ਵੱਡੀ ਸਮੱਸਿਆ ਹੋ ਜਾਂਦੀ ਹੈ, ਨੌਨਸੈਂਸ ਹੋ ਜਾਂਦੀ ਹੈ, ਜਦੋਂ ਤੁਹਾਡੇ ਆਲੇ ਦੁਆਲੇ, ਜਦੋਂ ਤੁਸੀਂ ਬੱਸ ਸਟਾਪ 'ਤੇ ਦੇਖਦੇ ਹੋ ਜਾਂ ਰੇਲਵੇ ਸਟੇਸ਼ਨ 'ਤੇ ਦੇਖਦੇ ਹੋ ਜਾਂ ਮਾਰਕੀਟ 'ਚ ਦੇਖਦੇ ਹੋ ਜਾਂ ਰਿਲੀਜੀਅਸ ਪਲੇਸ 'ਤੇ ਦੇਖਦੇ ਹੋ ਜਿਹੜੇ ਕਿ ਬੈਗਰਸ ਹੁੰਦੇ ਨੇ। ਈਵਨ ਵੈਨ ਵਨ ਟਰਾਈਜ਼ ਟੂ ਅਵੋਇਡ ਦੈਮ, ਕਹਿੰਦਾ ਜਦੋਂ ਕਿ ਕਈ ਵਾਰ ਕੋਈ ਉਹਨਾਂ ਨੂੰ ਅਵੋਇਡ ਕਰਨ ਦੀ ਵੀ ਕੋਸ਼ਿਸ਼ ਕਰਦਾ, ਇਟ ਇਜ਼ ਅ ਡਿਫੀਕਲਟ ਟੂ ਗੈਟ ਆਊਟ ਆਫ ਦੇਅਰ ਕਲਚਸ। ਕਹਿੰਦਾ ਤਾਂ ਉਹਦੇ ਲਈ ਸਮੱਸਿਆ ਹੋ ਜਾਂਦੀ ਕਿ ਉਹਨਾਂ ਦੇ ਕਲਚਸ ਤੋਂ ਕਿਵੇਂ ਬਾਹਰ ਨਿਕਲਿਆ ਜਾਵੇ। ਗੌਰਮੈਂਟ ਸ਼ੁੱਡ ਵੀ ਕ੍ਰੀਏਟ ਜੋਬਸ ਫੋਰ ਦੈਮ। ਕਹਿੰਦਾ ਇੱਥੇ ਦੈਮ ਦੀ ਥਾਂ ਤੁਸੀਂ ਬੈਗਰਸ ਵੀ ਕਰ ਸਕਦੇ ਹੋ। ਕਹਿੰਦਾ ਗੌਰਮੈਂਟ ਨੂੰ, ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਭਿਖਾਰੀ ਨੇ ਉਹਨਾਂ ਲਈ ਜੋਬਸ ਕ੍ਰੀਏਟ ਕਰੇ, ਤਾਂ ਕਿ ਉਹ ਆਪਣੀ ਜਿਹੜੀ ਕਿ ਉੱਥੋਂ ਬੈਗਿੰਗ ਨੂੰ ਛੱਡ ਕੇ ਆਪਣੀਆਂ ਜੋਬਸ ਕਰ ਪਾਉਣ। ਉਹਨਾਂ ਲਈ ਮਤਲਬ ਕਿ ਕੁਛ ਨਾ ਕੁਛ ਵਰਕ ਸਰਕਾਰ ਵੱਲੋਂ ਪ੍ਰੋਵਾਈਡ ਕਰਨਾ ਚਾਹੀਦਾ। ਸੋ ਦੇ ਫੁਲਫਿਲ ਦੇਅਰ ਨੀਡਸ, ਤਾਂ ਕਿ ਉਹ ਆਪਣੇ ਜਿਹੜੇ ਕਿ ਜਿੰਨੇ ਵੀ ਨੀਡਸ ਨੇ ਉਹਨਾਂ ਨੂੰ ਕੰਪਲੀਟ ਕਰ ਪਾਉਣ ਅਤੇ ਉਹਨਾਂ ਨੂੰ ਜਿਹੜੇ ਕਿ ਭਿਖਾਰੀ ਬਣਨਾ ਪੈਂਦਾ ਜੋ ਉਹ ਛੱਡ ਪਾਉਣ। ਏਬਲ ਬੋਡੀਡ ਬੈਗਰਸ ਮਸਟ, ਇੱਥੇ ਏ ਹੈ ਸਟੂਡੈਂਟਸ, BEGGARS, ਬੈਗਰਸ ਮਸਟ ਵੀ ਮੇਡ ਟੂ ਵਰਕ। ਕਹਿੰਦਾ ਜਿਹੜਿਆਂ ਦੀ ਬੋਡੀ ਮਤਲਬ ਕਿ ਐਨ ਫਿੱਟ ਹੁੰਦੇ ਨੇ ਕਈ ਬੈਗਰਸ, ਕਹਿੰਦਾ ਉਹਨਾਂ ਨੂੰ ਵਰਕ ਦੇ ਲਈ ਉਹਨਾਂ ਨੂੰ ਕੰਮ ਦੇਣਾ ਚਾਹੀਦਾ, ਤਾਂ ਕਿ ਉੱਥੇ ਮਸਟ ਜ਼ਰੂਰ ਕੰਮ ਦੇਣਾ ਚਾਹੀਦਾ, ਕੰਮ ਦੇ ਕਾਬਿਲ ਬਣਾਉਣਾ ਚਾਹੀਦਾ ਕਿ ਆਪਣਾ ਕੰਮ ਕਰ ਪਾਉਣ। ਦਾ ਪ੍ਰੋਬਲਮ ਆਫ ਬੈਗਿੰਗ ਨੀਡਸ ਅਰਜੈਂਟ ਸੋਲਿਊਸ਼ਨ, ਤਾਂ ਇਹ ਜਿਹੜੀ ਕਿ ਸਮੱਸਿਆ ਜਲਦੀ ਤੋਂ ਜਲਦੀ ਆਪਣਾ ਸੋਲਿਊਸ਼ਨ ਹੋਣੀ ਚਾਹੀਦੀ ਹੈ। ਕਾਈਂਡਲੀ ਪਬਲਿਸ਼ ਮਾਈ ਵਿਊਜ਼ ਇਨ ਯੂਅਰ ਨਿਊਜ਼ਪੇਪਰ, ਕਿਰਪਾ ਕਰਕੇ ਮੇਰੇ ਵਿਊਜ਼ ਜਿਹੜੇ ਕਿ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਕੀਤੇ ਜਾਣ। ਯੂ ਆਰ ਫੇਥਫੁਲੀ, ਅੱਗੇ ਇੱਥੇ ਤੁਸੀਂ ਥੈਂਕਸ ਵੀ ਲਿਖਣਾ, ਸਕਿਪ ਹੋ ਗਿਆ, ਥੈਂਕਸ ਯੂ ਆਰ ਫੇਥਫੁਲੀ, ਅੱਗੇ ਨੇਮ, ਠੀਕ ਹੈ। ਇਹ ਹੈ ਤੁਹਾਡੀ 5 ਮਾਰਕਸ ਦੀ, ਐਗਜ਼ਾਮ ਦੇ ਵਿੱਚ ਤੁਹਾਨੂੰ ਜਿਹੜੀ ਕਿ 5 ਮਾਰਕਸ ਦੀ ਹੀ ਆਉਣੀ ਹੈ, ਕਿਉਂਕਿ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਥੈਂਕਸ।